ਕੀ ਸਰਕਾਰ ਅਜਿਹੀ ਤਾਨਾਸ਼ਾਹੀ ਕਰ ਕਿਉਂ ਰਹੀ ਹੈ? ਮੋਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ, ਜਿਸ ਤਾਨਾਸ਼ਾਹ ਰਵੱਈਏ ਦੇ ਖਿਲਾਫ ਦੁਨੀਆ ਭਰ 'ਚ ਆਵਾਜ਼ ਉੱਠਦੀ ਰਹੀ ਹੈ। ਇਤਿਹਾਸ 'ਚ ਵੱਡੇ ਵੱਡੇ ਲੋਕ ਆਏ, ਵੱਡੇ ਵੱਡੇ ਬਾਦਸ਼ਾਹ ਆਏ, ਵੱਡੇ ਵੱਡੇ ਰਾਜ ਕਰਨ ਵਾਲੇ ਸਭ ਚਲੇ ਗਏ। ਆਰਐਸਐਸ ਆਵਾਜ਼ ਉਠਾਉਂਦੀ ਰਹੀ ਹੈ ਕਿ ਐਮਰਜੈਂਸੀ ਗਲਤ ਹੈ। ਹੁਣ ਫਿਰ ਤੁਸੀਂ ਅਨਡਿਕਲੇਅਰਡ ਐਮਰਜੈਂਸੀ ਹੈ ਇਹ, ਹੋਰ ਕੀ ਹੈਗੀ? ਇਹ ਜੋ ਕਰ ਰਹੇ ਹੋਗੇ ਤੁਸੀਂ, ਕੀ ਹੈਗਾ ਜਿਹਦੇ ਕੋਲ ਸੱਤਾ ਆ ਗਈ, ਪਾਵਰ ਆ ਗਈ, ਉਹ ਆਪਦੇ ਆਪ ਰੰਗ ਸਭ ਨੂੰ ਰੰਗਣਾ ਚਾਹੁੰਦਾ ਹੁੰਦਾ। ਆਪੋਜੀਸ਼ਨ 'ਚ ਵੀ ਜਾਨ ਨਹੀਂ ਰਹੀ, ਆਪੋਜੀਸ਼ਨ ਵੀ ਸੱਤਾ ਮੁਤਾਬਕ ਹੋ ਗਈ, ਸੱਤਾ ਅਨੁਕੂਲ ਹੋ ਗਈ ਆਪੋਜੀਸ਼ਨ ਸਾਡੀ। ਜੇ ਹਾਲ ਹੀ ਦੀ ਗੱਲ ਕਰੀਏ ਤਾਂ ਪਹਿਲਾਂ ਜਸੂਸੀ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਵਿਰੋਧੀ ਪ੍ਰਦਰਸ਼ਨ ਕਰ ਰਹੇ ਨੇ, ਤੇ ਉਸ ਤੋਂ ਪਹਿਲਾਂ ਕਿਸਾਨੀ ਦਾ ਮਸਲਾ, ਕਿਸਾਨੀ ਦੇ ਮਸਲੇ ਦੀ ਗੱਲ ਕਰ ਲਈਏ, ਕਰੋਨਾ ਸੀ, ਤੇ ਹੁਣ ਹਾਲ ਹੀ ਦੇ ਵਿੱਚ ਜੋ ਇਹ ਰੇਡਸ ਹੋਈਆਂ ਨੇ, ਕੀ ਸਰਕਾਰ ਅਜਿਹੀ ਤਾਨਾਸ਼ਾਹੀ ਕਰ ਕਿਉਂ ਰਹੀ ਹੈ? ਦੇਖੋ, ਡਿਕਟੇਟਰ ਰਵੱਈਆ ਹੈ ਇਹ, ਤਾਨਾਸ਼ਾਹ ਰਵੱਈਆ ਹੈ ਸਰਕਾਰ ਦਾ। ਮੋਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ, ਜਿਸ ਤਾਨਾਸ਼ਾਹ ਰਵੱਈਏ ਦੇ ਖਿਲਾਫ ਦੁਨੀਆ ਭਰ 'ਚ ਆਵਾਜ਼ ਉੱਠਦੀ ਰਹੀ ਹੈ। ਮੈਂ ਗੱਲ ਕਰਕੇ ਹਟਿਆਂਗਾ ਜਿਹੜੇ ਡਿਕਟੇਟਰ ਨੇ, ਮੁਸੋਲਿਨੀ ਤੇ ਹਿਟਲਰ, ਕੀ ਹੋਇਆ ਬਾਅਦ 'ਚੋਂ? ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਦੁਨੀਆ ਜਿੱਤ ਲਾਂਗੇ, ਦੁਨੀਆ ਖਤਮ ਕਰ ਦਾਂਗੇ, ਦੁਨੀਆ ਆਪਣੇ ਰੰਗ 'ਚ ਰੰਗ ਦਾਂਗੇ, ਸਾਰੀ ਦੁਨੀਆ ਨੂੰ ਨਾਜੀ ਬਣਾ ਦਾਂਗੇ, ਹਿਟਲਰ ਨੂੰ ਲੱਗਦਾ ਸੀਗਾ। ਬਾਅਦ 'ਚੋਂ ਕੀ ਹੋਇਆ ਹਿਟਲਰ ਦਾ? ਇਸ ਕਰਕੇ ਇਤਿਹਾਸ ਨੂੰ ਪੜ੍ਹਨ ਦੀ ਲੋੜ ਆ, ਇਤਿਹਾਸ ਨੂੰ ਸਮਝਣ ਦੀ ਵੀ ਲੋੜ ਆ। ਇਤਿਹਾਸ 'ਚ ਵੱਡੇ ਵੱਡੇ ਲੋਕ ਆਏ, ਵੱਡੇ ਵੱਡੇ ਬਾਦਸ਼ਾਹ ਆਏ, ਵੱਡੇ ਵੱਡੇ ਰਾਜ ਕਰਨ ਵਾਲੇ ਸਭ ਚਲੇ ਗਏ। ਇਤਿਹਾਸ ਜਿਉਂਦਾ ਰਹਿੰਦਾ। ਤੁਸੀਂ ਆਪਣਾ ਇਤਿਹਾਸ ਕਿਸ ਤਰੀਕੇ ਦੇ ਨਾਲ ਲਿਖਵਾਉਣਾ, ਇਤਿਹਾਸ ਲਿਖੂਗਾ ਉਹਨੂੰ। ਜੇ ਤੁਸੀਂ ਇਸ ਤਰੀਕੇ ਦੇ ਨਾਲ ਟਾਰਗੇਟ ਕਰੋਗੇ ਉਹਨਾਂ ਲੋਕਾਂ ਨੂੰ ਜਿਹੜੇ ਸੌਫਟ ਟਾਰਗੇਟ ਨੇ, ਜਦੋਂ ਮਰਜ਼ੀ ਟਾਰਗੇਟ ਕਰ ਲਓ ਉਹਨਾਂ ਨੂੰ, ਤੇ ਫਿਰ ਇਹ ਨਹੀਂਗਾ ਕਿ ਹਾਂ ਇੱਥੇ ਅਸੀਂ ਦੇਖਦੇ ਹਾਂ ਇੰਸਟੀਟਿਊਸ਼ਨ ਵੀ ਨੇ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ। ਤਾਂ ਇਤਿਹਾਸ ਦੇ ਲਈ ਇਹ ਗੱਲ ਤੈਅ ਹੋ ਚੁੱਕੀ ਹੈ ਤੇ ਚਾਹੀਦਾ ਇਹ ਆ ਮੋਦੀ ਸਰਕਾਰ ਨੂੰ ਕਿ ਇਹ ਕੰਮ ਛੱਡੇ। ਔਰ ਮੈਂ ਜ਼ਰੂਰ ਕਹੂੰਗਾ ਕਿ ਦੇਸ਼ ਭਰ ਦੇ ਪੱਤਰਕਾਰਾਂ ਨੂੰ ਔਰ ਦੇਸ਼ ਭਰ ਦੇ ਮੀਡੀਆ ਹਾਊਸਿਸ ਨੂੰ ਇੱਥੇ ਬੋਲਣ ਦੀ ਲੋੜ ਆ। ਕੁਛ ਮੀਡੀਆ ਹਾਊਸਿਸ ਨੇ ਤਾਂ ਰਿਪੋਰਟ ਕੀਤਾ ਘੱਟੋ ਘੱਟ, ਨਹੀਂ ਤਾਂ ਰਿਪੋਰਟ ਵੀ ਨਹੀਂ ਕੀਤਾ ਕਈਆਂ ਨੇ। ਰਿਪੋਰਟ ਤਾਂ ਕਰਨਾ ਚਾਹੀਦਾ ਨਾ ਕਿ ਇਹ ਗੱਲ ਹੋਈ ਹੈ। ਅਸੀਂ ਨਹੀਂ ਕਹਿੰਦੇ, ਅਸੀਂ ਕਦੋਂ ਕਹਿੰਦੇ ਹਾਂ ਕਿ ਭਾਸਕਰ, ਮੰਨ ਲਓ ਭਾਸਕਰ 'ਚ ਕੋਈ ਗਲਤੀ ਨਹੀਂ ਹੋ ਸਕਦੀ, ਪਰ ਭਾਸਕਰ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਉਹ ਵੀ ਨਜ਼ਰ ਆ ਰਿਹਾ ਹੈਗਾ ਕਿ ਭਾਸਕਰ ਖਬਰਾਂ ਲਿਖ ਰਿਹਾ ਸੀਗਾ, ਗੱਲ ਕਰ ਰਹੇ ਸੀ ਦੇਸ਼ 'ਚ ਮੁੱਦਿਆਂ ਦੀ। ਸਰਕਾਰ ਦੇ ਸਾਹਮਣੇ ਉਹ ਮੁੱਦੇ ਰੱਖਣਾ ਕੰਮ ਹੁੰਦਾ ਪੱਤਰਕਾਰਾਂ ਦਾ। ਲੋਕਾਂ ਦੇ ਮਸਲੇ ਤਾਂ ਹੀ ਹੱਲ ਹੁੰਦੇ ਆ ਜੇ ਆਪਾਂ ਸਰਕਾਰ ਸਾਹਮਣੇ ਰੱਖ ਦਿਆਂਗੇ। ਲੋਕਾਂ ਕੋਲ, ਵਿਚਾਰਿਆਂ ਕੋਲ ਕਿਹੜਾ ਪਲੇਟਫਾਰਮ ਹੁੰਦਾ? ਕੋਈ ਨਹੀਂ ਹੁੰਦਾ। ਲੋਕਾਂ ਕੋਲ ਤਾਂ ਮੀਡੀਆ ਇੱਕ ਪਲੇਟਫਾਰਮ ਹੁੰਦਾ। ਮੀਡੀਆ ਦੇ ਜ਼ਰੀਏ ਆਪਣੀ ਗੱਲ ਉਹ ਸਰਕਾਰ ਤੱਕ ਲੈ ਕੇ ਜਾਂਦੇ ਨੇ। ਇਸ ਕਰਕੇ ਸਰਕਾਰਾਂ ਨੂੰ ਸਮਝਣ ਦੀ ਲੋੜ ਹੈ ਸਹੀ ਤਰੀਕੇ ਤੇ। ਉਹ ਇੱਕ ਤਰ੍ਹਾਂ ਦਾ ਫੀਡਬੈਕ ਆ ਸਰਕਾਰਾਂ ਦੇ ਲਈ। ਅਖਬਾਰ ਦਾ ਛਪਣਾ, ਚੈਨਲ ਦੇ ਉੱਤੇ ਕਿਸੇ ਦਾ ਬੋਲਣਾ ਸਰਕਾਰਾਂ ਲਈ ਇੱਕ ਫੀਡਬੈਕ ਹੁੰਦਾ। ਉਹ ਫੀਡਬੈਕ ਦੇ ਤੌਰ ਤੇ ਲੈਣਾ ਚਾਹੀਦਾ, ਨਾ ਕਿ ਐਂ ਲੈਣਾ ਚਾਹੀਦਾ ਤੁਹਾਡੇ ਦੁਸ਼ਮਣ ਨੇ, ਉਹ ਨਾ ਤੁਹਾਡੇ ਵਿਰੋਧੀ ਨੇ ਨਾ ਦੁਸ਼ਮਣ ਨੇ। ਇਸੇ ਲੋਕਤੰਤਰ ਦੇ ਲਈ ਉਹ ਕੰਮ ਕਰਦੇ ਨੇ, ਇਸੇ ਮੁਲਕ ਦੇ ਵਸਿੰਦੇ ਨੇ, ਇਸੇ ਮੁਲਕ ਦੇ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕ ਨੇ। ਜੇ ਉਹਨਾਂ ਨੂੰ ਟਾਰਗੇਟ ਕਰੋਗੇ ਇਹਦੇ ਨਤੀਜੇ ਕਦੇ ਵੀ ਬਿਹਤਰ ਨਹੀਂ ਹੋਣਗੇ ਤੇ ਇਤਿਹਾਸ ਇਸ ਨੂੰ ਮਾਫ ਨਹੀਂ ਕਰੇਗਾ। ਉਹ ਕੀ ਲੱਗਦਾ ਹੈ ਬੀਜੇਪੀ ਦੀ ਰਣਨੀਤੀ ਕੀ ਹੈ ਕਿ ਬੀਜੇਪੀ ਸਭ ਨੂੰ ਆਪਣੇ ਰੰਗ ਦੇ ਵਿੱਚ ਰੰਗਣਾ ਚਾਹੁੰਦੀ ਹੈ? ਦੇਖੋ, ਇਹ ਤਾਂ ਬੀਜੇਪੀ ਜਦੋਂ ਦੀ ਆਈ ਆਪਾਂ ਦੇਖ ਰਹੇ ਹਾਂ। ਅਸੀਂ ਨਹੀਂ ਕਹਿੰਦੇ ਹੁਣ ਬੀਜੇਪੀ ਵਾਲੇ ਕਹਿਣਗੇ ਕਿ ਬੀਜੇਪੀ ਨੂੰ, ਕਾਂਗਰਸ ਵੀ ਇਹ ਕੁਝ ਕਰਦੀ ਰਹੀ ਹੈ, ਹੋਰ ਪਾਰਟੀਆਂ ਨੇ ਵੀ ਕੀਤਾ। ਰੀਜਨਲ ਪਾਰਟੀਆਂ ਦਾ ਇਤਿਹਾਸ ਚੱਕ ਕੇ ਦੇਖ ਲਓ, ਰੀਜਨਲ ਪਾਰਟੀਆਂ ਵੀ ਇਹ ਕੁਝ ਕਰਦੀਆਂ ਰਹੀਆਂ ਨੇ, ਖੇਤਰੀ ਪਾਰਟੀਆਂ ਬਹੁਤ ਸਾਰਾ ਕੁਝ ਕਰਦੀਆਂ ਰਹੀਆਂ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਹੋਰ ਨੇ ਨਹੀਂ ਕੀਤਾ ਕਿ ਇਕੱਲੀ ਬੀਜੇਪੀ, ਪਰ ਗੱਲ ਇਹ ਹੈ ਕਿ ਬੀਜੇਪੀ ਤਾਂ ਇਹਨਾਂ ਸਾਰੀਆਂ ਗੱਲਾਂ ਦੀ ਲੋਚ ਕਰ ਰਹੀ ਹੈ। ਐਮਰਜੈਂਸੀ ਦਾ ਮੈਂ ਬਾਰ-ਬਾਰ ਜ਼ਿਕਰ ਕਰਦਾ ਹੁੰਦਾ। ਐਮਰਜੈਂਸੀ ਸਭ ਤੋਂ ਵੱਡੀ ਆਵਾਜ਼ ਕੌਣ ਬਣੀ? ਜਨਸੰਘ ਬਣਿਆ, ਬੀਜੇਪੀ ਬਣੀ, ਇਹਨਾਂ ਨੇ ਉਠਾਈ ਆਵਾਜ਼। ਆਰਐਸਐਸ ਆਵਾਜ਼ ਉਠਾਉਂਦੀ ਰਹੀ ਹੈ ਕਿ ਐਮਰਜੈਂਸੀ ਗਲਤ ਹੈ। ਹੁਣ ਫਿਰ ਤੁਸੀਂ ਅਨਡਿਕਲੇਅਰਡ ਐਮਰਜੈਂਸੀ ਹੈ ਇਹ, ਹੋਰ ਕੀ ਹੈਗੀ? ਇਹ ਜੋ ਕਰ ਰਹੇ ਹੋਗੇ ਤੁਸੀਂ, ਕੀ ਹੈਗਾ ਜਿਹਦੇ ਕੋਲ ਸੱਤਾ ਆ ਗਈ, ਪਾਵਰ ਆ ਗਈ, ਉਹ ਆਪਦੇ ਆਪ ਰੰਗ ਸਭ ਨੂੰ ਰੰਗਣਾ ਚਾਹੁੰਦਾ ਹੁੰਦਾ। ਇਹੀ ਸਭ ਤੋਂ ਮਾੜੀ ਫਿਤਰਤ ਆ। ਇਹੀ ਫਿਤਰਤ ਜਿਹੜੀ ਆ ਉਹ ਲੋਕਾਂ ਦੇ ਅੰਦਰ ਉਹ ਸਰਕਾਰਾਂ ਦੀ ਪਰਸੈਪਸ਼ਨ ਨੂੰ ਲੈ ਕੇ ਜਾਂਦੀ ਹੈ। ਇਸੇ ਕਰਕੇ ਵੱਡੇ ਵੱਡੇ ਲੋਕ ਨਹੀਂ ਇੱਥੇ ਟਿਕੇ। ਵੱਡੇ ਵੱਡੇ ਲੋਕ ਢਹਿ ਢੇਰੀ ਹੋ ਜਾਂਦੇ ਨੇ ਕਿਉਂਕਿ ਗਲਤੀਆਂ ਤੇ ਗਲਤੀਆਂ ਕਰਦੇ ਨੇ। ਇਹ ਗੱਲ ਬਿਲਕੁਲ ਗਲਤ ਆ। ਇਹ ਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ। ਕੀ ਲੱਗਦਾ ਕਿ ਹੁਣ ਆਵਾਜ਼ ਚੁੱਕੀ ਜਾਏਗੀ, ਵਿਰੋਧੀ ਵੀ ਮਸਲਾ ਚੁੱਕਣਗੇ ਜਾਂ ਮੀਡੀਆ ਜਿਹੜੇ ਅਦਾਰੇ ਨੇ ਮਿਲ ਕੇ ਆਵਾਜ਼ ਚੁੱਕ ਕੇ? ਨਹੀਂ ਚੁੱਕਿਆ। ਅੱਜ ਕੁਝ ਲੋਕਾਂ ਨੇ ਤਾਂ ਦੇਖੋ, ਬਹੁਤ ਸਾਰੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈਗੀ। ਪੋਲੀਟੀਸ਼ੀਅਨਾਂ ਨੇ ਵੀ ਕੀਤੀ ਹੈ, ਪੱਤਰਕਾਰਾਂ ਨੇ ਤਾਂ ਕਰਨੀ ਹੋਈ ਸੀ, ਵਿਦਵਾਨਾਂ ਨੇ ਵੀ ਕੀਤੀ ਹੈ, ਬਹੁਤ ਸਾਰੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ। ਪਾਰਲੀਮੈਂਟ ਦੇ ਅੰਦਰ ਮੈਂ ਕਹਿੰਦਾ ਜਾਮ ਹੋਣਾ ਚਾਹੀਦਾ। ਪਾਰਲੀਮੈਂਟ, ਜਸੂਸੀ ਦਾ ਮੁੱਦਾ ਵੀ ਤੇ ਇਹ ਮੁੱਦਾ ਵੀ, ਪਾਰਲੀਮੈਂਟ ਦੇ ਅੰਦਰ ਇਹ ਡਿਬੇਟ ਆਉਣੀ ਚਾਹੀਦੀ ਹੈ। ਪਾਰਲੀਮੈਂਟ ਦੇ ਅੰਦਰ ਪਾਰਲੀਮੈਂਟੇਰੀਅਨਾਂ ਨੂੰ ਕਹਿਣਾ ਚਾਹੀਦਾ ਕਿ ਕੀ ਹੋ ਰਿਹਾ ਹੈ। ਜੇ ਲੱਗਦਾ ਉਹਨਾਂ ਨੂੰ ਕਿ ਵਾਕਈ ਲੋਕਤੰਤਰ ਦੇ ਰਾਖੇ ਨੇ, ਉਹ ਆਪੋਜੀਸ਼ਨ ਤਾਂ ਕਰੇ ਘੱਟੋ ਘੱਟ। ਆਪੋਜੀਸ਼ਨ 'ਚ ਵੀ ਜਾਨ ਨਹੀਂ ਰਹੀ। ਆਪੋਜੀਸ਼ਨ ਵੀ ਸੱਤਾ ਮੁਤਾਬਕ ਹੋ ਗਈ, ਸੱਤਾ ਅਨੁਕੂਲ ਹੋ ਗਈ ਆਪੋਜੀਸ਼ਨ ਸਾਡੀ। ਵਿਰੋਧੀ ਧਿਰ ਸੱਤਾ ਮੁਤਾਬਕ ਚੱਲਦੀ ਹੈ ਕਿਉਂਕਿ ਇੰਨੇ ਕੁਝ ਕੀਤਾ ਹੁੰਦਾ, ਉਹਨਾਂ ਨੂੰ ਲੱਗਦਾ ਗਾ ਕਿ ਜੇ ਕਰਾਂਗੇ ਤਾਂ ਸਾਡੇ ਤੇ ਪ੍ਰੈਸ਼ਰ ਪਏਗਾ। ਇਸ ਕਰਕੇ ਜ਼ਰੂਰੀ ਹੈ ਆਪੋਜੀਸ਼ਨ ਇਸ ਮਸਲੇ ਨੂੰ ਚੁੱਕੇ, ਮੀਡੀਆ ਇਸ ਮਸਲੇ ਨੂੰ ਚੁੱਕੇ, ਵਿਦਵਾਨ ਚੁੱਕਣ, ਸਮਾਜ ਚੁੱਕੇ। ਜੇ ਪੱਤਰਕਾਰ ਸਮਾਜ ਨੂੰ ਲੱਗਦਾ
ਪੱਤਰਕਾਰ ਬੜੇ ਅਹਿਮ ਹੁੰਦੇ ਨੇ ਵੈਸੇ ਤਾਂ ਹਰ ਗੱਲ ਦੇ ਉੱਤੇ। ਜੇ ਪੱਤਰਕਾਰਾਂ ਲਈ ਬੋਲਣਾ ਹੀ ਨਹੀਂ, ਪ੍ਰੈਸ ਲਈ ਬੋਲਣਾ ਹੀ ਨਹੀਂ, ਪ੍ਰੈਸ ਦੀ ਆਜ਼ਾਦੀ ਲਈ ਨਹੀਂ ਬੋਲਣਾ, ਤਾਂ ਉਹ ਤਾਂ ਸਮਾਜ ਲਈ ਉਹ ਕੰਮ ਕਰ ਰਹੇ ਨੇ। ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕੋਈ ਐ ਨਹੀਂਗਾ ਕਿ ਕੋਈ ਐਕਸਟਰਾਆਰਡੀਨਰੀ ਕੰਮ ਕਰ ਰਹੇ ਨੇ, ਪੱਤਰਕਾਰਾਂ ਦਾ ਕੰਮ ਹੈ। ਪਰ ਇਹ ਰਿਸ਼ਤਾ ਇਸ ਤਰ੍ਹਾਂ ਦਾ ਹੁੰਦਾ ਕਿ ਪੱਤਰਕਾਰ ਹਮੇਸ਼ਾ ਸਮਾਜ ਲਈ ਕੰਮ ਕਰਦਾ ਹੈ ਤੇ ਸਮਾਜ ਨੂੰ ਵੀ ਪੱਤਰਕਾਰ ਦੇ ਨਾਲ ਖੜਾ ਹੋਣਾ ਚਾਹੀਦਾ ਗਾ, ਜਾਂ ਅਦਾਰਿਆਂ ਦੇ ਨਾਲ। ਜਦੋਂ ਕਿਸੇ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ, ਅਗਰ ਅਦਾਰਿਆਂ 'ਚ ਗੜਬੜਾ ਪੱਤਰਕਾਰ 'ਚ ਅਲੱਗ ਗੱਲ ਹੈ। ਜੇ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਤਾਂ ਲੋਕਾਂ ਨੂੰ ਉਹਨਾਂ ਨਾਲ ਖੜਨ ਦੀ ਲੋੜ ਹੈ।